कहानी धुआं। मेरे ਵੱਡੇ ਭਾਈ ਰਾਜਪਾਲ ਦੇ ਕਾਲਜ ਦਾ ਸਾਥੀ ਪ੍ਰੋਫੈਸਰ ਕੁਮਾਰ ਮੇਰਾ ਪਤਾ ਲੈਣ ਆਇਆ। ਉਸਨੂੰ ਕਹਿ ਰਿਹਾ ਸੀ, ਰਾਜਪਾਲ ਯਾਰ ਕੀਤਾ ਕਰਾਇਆ ਕੁਝ ਨਹੀਂ ਹੁੰਦਾ, ਐਵੇਂ ਮਨ ਦੀ ਹੀ ਕੋਈ ਗੰਢ ਹੁੰਦੀ ਬੰਦੇ ਦੀ, ਜਿੰਨਾ ਚਿਰ ਇਹ ਗੰਢ ਨਹੀਂ ਖੁੱਲਦੀ ਬੰਦਾ ਕੁੱਟਿਆ ਰਹਿੰਦਾ। ਮੈਂ ਕੀ ਆਖਦਾ ਕੁਮਾਰ ਨੂੰ, ਗੰਢ ਤਾਂ ਹੈ ਮੇਰੇ ਮਨ ਵਿੱਚ ਵੀ, ਪਰ ਮਾਤਾ ਨੂੰ ਲੱਗਦਾ ਹੈ ਕਿਸੇ ਨੇ ਕੋਈ ਟੂਣਾ ਟਾਮਨ ਕੀਤਾ ਹੋਇਆ ਸਾਡੇ ਘਰ ਤੇ। ਇਸੇ ਲਈ ਤਾਂ 2 ਮਹੀਨੇ ਹੋ ਗਏ ਮੈਂ ਘਰੇ ਬੈਠਾ, ਗੈਰਾਜ ਬੰਦ ਪਿਆ, ਮੁੰਡੇ ਹੋਰ ਥਾਵਾਂ ਤੇ ਜਾ ਲੱਗੇ ਨੇ। ਇਸੇ ਲਈ ਤਾਂ ਮੇਰੀ ਘਰਵਾਲੀ ਬਿੰਦੂ ਅਗਲੇ ਪਾਰ ਹੋ ਕੇ ਮੁੜੀ ਹੈ, ਇਸੇ ਲਈ ਤਾਂ ਮੇਰੀ ਮਾਸੀ ਦਾ ਪੁੱਤ ਸੋਨੀ, ਇਸੇ ਲਈ ਤਾਂ ਤੇ ਉਹ ਪਤਾ ਨਹੀਂ ਕੀ ਹੋਰ ਨਾਲ ਜੋੜ ਲੈਂਦੀ ਹੈ। 2 ਦਿਨ ਪਹਿਲਾਂ ਹੀ ਖੂਨ ਦੇ ਛੱਟੇ ਵੱਜੇ ਸੀ ਘਰੇ। ਮੇਰਾ ਤਾਂ ਮੱਥਾ ਉਦੋਂ ਹੀ ਠਣਕਿਆ ਸੀ। ਮਾਤਾ ਘਬਰਾ ਉੱਠਦੀ ਹੈ। ਘਬਰਾਈ ਹੋਈ ਹੀ ਉਹ ਮੈਨੂੰ ਹਰ ਹਫ਼ਤੇ ਕਾਮਿਲ ਸ਼ਾਹ ਦੇ ਡੇਰੇ ਲੈ ਕੇ ਜਾਂਦੀ ਹੈ ਚੌਂਕੀ ਭਰਨ ਲਈ। ਬਾਬਾ ਕਾਮਿਲ ਸ਼ਾਹ ਆਖਦਾ, ਮੇਰੇ ਪਿੱਛੇ ਹਵਾ ਹੈ। ਉਸੇ ਹਵਾ ਕਰਕੇ ਸੋਨੀ ਤੇ ਫਿਰ ਬਿੰਦੂ ਤੇ ਅੱਗੇ ਪਤਾ ਨਹੀਂ ਕੌਣ। ਬਾਬੇ ਕਾਮਿਲ ਸ਼ਾਹ ਨੇ ਆ ਕੇ ਸਾਡਾ ਪੂਰਾ ਘਰ ਕੀਲ ਦਿੱਤਾ। ਮਾਤਾ ਸਵੇਰੇ ਸ਼ਾਮ ਘਰੇ ਧੁਨੀ ਜਿਹੀ ਬਾਲਦੀ, ਧੁਨੀ ਦਾ ਧੂਆਂ ਮੇਰੇ ਸਿਰ ਨੂੰ ਚੜਨ ਲੱਗਦਾ, ਮੈਂ ਬੇਸੁੱਧ ਹੋਣ ਲੱਗਦਾ। ਮੇਰੀਆਂ ਅੱਖਾਂ ਅੱਗੇ ਵਾਵ ਰੋਲੇ ਘੁੰਮਣ ਲੱਗਦੇ। ਨਿੱਕੇ ਹੁੰਦੇ ਸੁਣਿਆ ਕਰਦਾ ਸਾਂ, ਵਾਵ ਰੋਲਿਆਂ ਵਿੱਚ ਭੂਤ ਹੁੰਦੇ ਨੇ, ਉਹੀ ਭੂਤ ਜੋ ਮੈਨੂੰ ਦਿਸਣ ਲੱਗੇ ਨੇ ਹੁਣ ਸੋਨੀ ਦੀ ਮੌਤ ਤੋਂ ਬਾਅਦ। ਅਚਾਨਕ ਇੱਕ ਦਿਨ ਸ਼ਾਮ ਦੇ ਵੇਲੇ ਮੈਂ ਗੈਰਾਜ ਬੰਦ ਕਰਕੇ ਘਰ ਨੂੰ ਆਉਣਾ ਸੀ। ਪ੍ਰੈਸ਼ਰ ਟੈਂਕ ਵਾਲੀ ਮੋਟਰ ਅਚਾਨਕ ਸਟਾਰਟ ਹੋ ਗਈ। ਮੈਨੂੰ ਜੋ ਕਈ ਦਿਨਾਂ ਤੋਂ ਲੱਗ ਰਿਹਾ ਸੀ ਉਹ ਸੱਚ ਜਾਪਣ ਲੱਗਿਆ। ਸੋਨੀ ਜ਼ਰੂਰ ਇੱਥੇ ਹੀ ਕਿਤੇ ਹੈ, ਮੇਰੇ ਨੇੜੇ ਤੇੜੇ। ਮੇਰੇ ਮਨ ਵਿੱਚ ਇਹ ਗੱਲ ਪੱਕੀ ਹੋ ਗਈ, ਐਸੇ ਬੰਦਿਆਂ ਦੀ ਗਤੀ ਨਹੀਂ ਹੁੰਦੀ। ਮੈਂ ਕਿਸੇ ਕੋਲੋਂ ਸੁਣਿਆ ਸੀ, ਪਰ ਸੋਨੀ ਦੀ ਗਤੀ ਖਾਤਰ ਤਾਂ ਮੈਂ ਖੁਦ ਦਾਨ ਪੁੰਨ ਕਰਕੇ ਆਇਆ ਸਾਂ। ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਭੈ ਪੈਦਾ ਹੋਣ ਲੱਗਿਆ। ਮੈਂ ਸ਼ਟਰ ਖੁੱਲਾ ਛੱਡ ਕੇ ਘਰ ਵੱਲ ਨੂੰ ਸ਼ੂਟ ਵੱਟ ਲਈ। ਇਸ ਗੱਲ ਦਾ ਪਤਾ ਜਦੋਂ ਰਾਜਪਾਲ ਨੂੰ ਲੱਗਿਆ, ਉਹ ਰੋਲਾ ਪਾਉਂਦਿਆ ਗੈਰਾਜ ਬੰਦ ਕਰਕੇ ਆਇਆ। ਅੱਜ ਫੇਰ ਦੁਪਹਿਰੇ ਪੀ ਲਈ ਹੋਣੀ ਹੈ, ਭੂਤ ਤਾਂ ਆਪੇ ਦਿਸਨੇ ਹੈ, ਇਹ ਇੱਕ ਭੂਤ ਥੋੜਾ ਉੱਥੇ। ਮੈਂ ਅਗਲੇ ਦਿਨ ਗੈਰਾਜ ਖੁੱਲਣ ਤੋਂ ਨਾ ਕਰ ਦਿੱਤੀ ਤੇ ਰਾਜਪਾਲ ਨੇ ਗੈਰਾਜ ਤੇ ਗੇੜਾ ਮਾਰਨ ਤੋਂ ਉਹ ਆਖਦਾ, ਇਹ ਸਭ ਮੇਰੇ ਸ਼ਰਾਬ ਪੀਣ ਕਰਕੇ ਹੁੰਦਾ। ਮੈਂ ਆਪਣੀ ਡਿਊਟੀ ਜਾਵਾਂ ਜਾਂ ਇਹਦਾ ਗੈਰਾਜ ਦੇਖਾਂ। ਉਹ ਤਿਆਰ ਹੋ ਕੇ ਕਾਲਜ ਤੁਰ ਜਾਂਦਾ। ਮੈਂ ਸਾਰਾ ਦਿਨ ਰਜਾਈ ਵਿੱਚ ਵੜਿਆ ਰਹਿੰਦਾ, ਦਿਮਾਗ ਵਿੱਚ ਕੁਝ ਰਿੰਗਣ ਲੱਗਦਾ, ਸਿਰ ਭਾਰਾ ਹੋਣ ਲੱਗਦਾ। ਮੈਂ ਬਾਥਰੂਮ ਵਿੱਚ ਵੜ ਕੇ ਸਿਗਰਟ ਪੀਣ ਲੱਗਦਾ। ਸਿਗਰਟ ਦਾ ਧੂਆਂ ਅੰਦਰ ਜਾਂਦੇ ਹੀ ਕਿੰਨਾ ਕੁਝ ਜਿਵੇਂ ਬਾਹਰ ਆਉਣ ਲੱਗਦਾ। ਉਹ ਕਾਲੀ ਸ਼ਾਮ ਜਦੋਂ ਸੋਨੀ ਬਿੰਦੂ ਦੇ ਜਨਮ ਦਿਨ ਵਾਲਾ ਉਹ ਦਿਨ, ਸਵੇਰੇ 4 ਵਜੇ ਜਦੋਂ ਮੇਰੀ ਅੱਖ ਖੁੱਲੀ, ਮੈਂ ਬਿੰਦੂ ਨੂੰ ਕਲਾਵੇ ਵਿੱਚ ਲੈ ਕੇ ਜਨਮ ਦਿਨ ਦੀ ਵਧਾਈ ਦਿੱਤੀ। ਸਭ ਸੁੱਤੇ ਅਜੇ, ਦੇਖਿਆ ਸਭ ਤੋਂ ਪਹਿਲਾਂ ਸਭ ਸੁੱਤੇ ਅਜੇ, ਦੇਖਿਆ ਸਭ ਤੋਂ ਪਹਿਲਾਂ ਵਿਸ਼ ਮੇਰੀ ਆ ਨਾ। ਮੈਂ ਬਿੰਦੂ ਨੂੰ ਚੁੰਮਣ ਲਈ ਅੱਗੇ ਹੋਇਆ। ਨੋ ਆਹ ਦੇਖੋ। ਮੈਨੂੰ ਪਿੱਛੇ ਧੱਕਦੇ ਹੋਏ ਉਸਨੇ ਮੋਬਾਈਲ ਦੀ ਸਕਰੀਨ ਮੇਰੇ ਵੱਲ ਕਰ ਦਿੱਤੀ। ਸੋਨੀ ਨੇ ਉਸਦੀ ਫੇਸਬੁੱਕ ਵਾਲ ਤੇ ਬਰਥਡੇ ਵਿਸ਼ ਪੋਸਟ ਕੀਤੀ ਹੋਈ ਸੀ, ਨਾਲ ਕੇਕ ਤੇ ਗੁਲਾਬਾਂ ਦੀ ਤਸਵੀਰ। ਯੂ ਆਰ ਸੈਕਿੰਡ ਵਨ, ਬਿੰਦੂ ਨੇ ਹੱਸਦੇ ਆਖਿਆ। ਬੰਦ ਕਮਰੇ ਵਿੱਚ ਵੀ ਉਹ ਫਸਟ ਵਨ ਹੋ ਗਿਆ। ਮੈਂ ਨਾ ਚਾਹੁੰਦੇ ਹੋਏ ਵੀ ਕੱਚਾ ਜਿਹਾ ਹੱਸਿਆ। ਮੇਰਾ ਸਭ ਤੋਂ ਪਹਿਲਾ ਵਧਾਈ ਦੇਣ ਵਾਲਾ ਚਾਅ ਮਾਰਿਆ ਗਿਆ। ਫਿਰ ਸਾਰਾ ਦਿਨ ਮੇਰੀ, ਬਿੰਦੂ ਤੇ ਮੇਰੀ ਮਾਸੀ ਦੇ ਪੁੱਤ ਸੋਨੀ ਦੀ ਗੱਲ ਕਮੈਂਟਾਂ ਵਿੱਚ ਹੁੰਦੀ ਰਹੀ। ਬਿੰਦੂ ਨੇ ਤਿਆਰ ਹੋ ਕੇ ਆਪਣੀ ਫੋਟੋ ਫੇਸਬੁੱਕ ਉੱਪਰ ਪਾਈ। ਉੱਥੇ ਵੀ ਸਭ ਤੋਂ ਪਹਿਲਾ ਕਮੈਂਟ ਸੋਨੀ ਦਾ ਸੀ। ਕਦੇ ਸੋਨੀ ਆਪਣੇ ਰੂਮ ਵਿੱਚ ਹੁੰਦਾ, ਮੈਂ ਤੇ ਬਿੰਦੂ ਆਪਣੇ ਕਮਰੇ ਵਿੱਚ ਬੈੱਡ ਤੇ ਬੈਠੇ ਆਪਣੇ ਫੋਨ ਵਿੱਚ ਗੁਆਚੇ ਹੁੰਦੇ ਤੇ ਫੇਸਬੁੱਕ ਦੀਆਂ ਪੋਸਟਾਂ ਉੱਪਰ ਗੱਲਾਂ ਕਰ ਰਹੇ ਹੁੰਦੇ। ਬੰਦੇ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਦੂਜਿਆਂ ਨਾਲ, ਚੁੱਪ ਵੀ ਖਾਣ ਲੱਗਦੀ ਅੰਦਰੋਂ। ਇਹ ਗੱਲ ਵੀ ਮੈਨੂੰ ਕੁਮਾਰ ਕਹਿ ਕੇ ਗਿਆ ਸੀ। ਰਾਜਪਾਲ ਦੱਸਦਾ ਸੀ ਉਹ ਕਾਲਜ ਵਿੱਚ ਮਨੋਵਿਗਿਆਨ ਪੜ੍ਹਾਉਂਦਾ ਹੈ, ਸ਼ਾਇਦ ਇਸੇ ਲਈ ਤਾਂ ਉਹ ਮਨ ਦੀਆਂ ਰਮਜਾਂ ਚੰਗੀ ਤਰ੍ਹਾਂ ਜਾਣਦਾ ਹੈ। ਪਰ ਮੈਂ ਉਹ ਗੱਲ ਕਿਸ ਨੂੰ ਦੱਸਾਂ ਜੋ ਮੈਨੂੰ ਅੰਦਰੋਂ ਬੇਚੈਨ ਕਰੀ ਰੱਖਦੀ। ਇੱਕ ਚੀਕ ਮੈਂ ਗਲੇ ਵਿੱਚ ਦੱਬ ਕੇ ਰੱਖਦਾ, ਇਉਂ ਲੱਗਦਾ ਜਿਵੇਂ ਕੋਈ ਮੇਰੇ ਆਸ-ਪਾਸ ਫਿਰਦਾ ਹੋਵੇ। ਹਰ ਰੋਜ਼ ਰਾਤ ਨੂੰ ਇੱਕ ਸੁਪਨਾ ਮੈਨੂੰ ਬੇਚੈਨ ਕਰਦਾ। ਸੁਪਨੇ ਵਿੱਚ ਮੈਂ ਦੌੜ ਰਿਹਾ ਹੁੰਦਾ, ਮੇਰੇ ਪਿੱਛੇ ਕੁਝ ਪਰਛਾਵੇਂ ਦੌੜਦੇ, ਫੜ ਲੋ ਮਾਰ ਤੇ ਉਹਦੀਆਂ ਆਵਾਜ਼ਾਂ ਲਗਾਉਂਦੇ। ਮੈਂ ਹੋਰ ਤੇਜ਼ ਦੌੜਦਾ ਹੋਇਆ ਹੱਫ ਜਾਂਦਾ। ਅਚਾਨਕ ਸਾਫ਼ ਪੱਧਰਾ ਰਸਤਾ ਡੂੰਘੇ ਟੋਟੇ ਵਿੱਚ ਬਦਲ ਜਾਂਦਾ। ਮੈਂ ਧਰਮ ਕਰਦਾ ਉਸ ਟੋਟੇ ਵਿੱਚ ਡਿੱਗਦਾ ਹਾਂ। ਨਾਲ ਹੀ ਮੇਰੀ ਅੱਖ ਖੁੱਲ ਜਾਂਦੀ। ਮੈਂ ਦੇਖਦਾ ਕੋਲ ਪਈ ਬਿੰਦੂ ਮੇਰੇ ਵਾਲਾਂ ਵਿੱਚ ਹੱਥ ਫੇਰ ਰਹੀ ਹੁੰਦੀ। ਮੈਂ ਪਸੀਨੇ ਨਾਲ ਗੜੁੱਚ ਵੱਧਦੀ ਹੋਈ ਧੜਕਣ, ਕੰਬਦੀ ਹੋਈ ਦੇ। ਰਵੀ ਕੀ ਹੋਇਆ? ਮੇਰੀ ਹਾਲਤ ਦੇਖ ਕੇ ਬਿੰਦੂ ਪੁੱਛਦੀ। ਕੁਝ ਨਹੀਂ, ਮੈਨੂੰ ਹੱਥ ਨਾ ਲਾ, ਮੈਨੂੰ ਭੈ ਆਉਣ ਲੱਗਦਾ। ਮੈਂ ਉਹਦਾ ਹੱਥ ਝੜਕ ਦਿੰਦਾ, ਹੋਰ ਪਰਾਂ ਨੂੰ ਸਰਕ ਜਾਂਦਾ। ਬਿੰਦੂ ਵੀ ਡਰ ਜਾਂਦੀ, ਮਾਤਾ ਨੂੰ ਹਾਕਾਂ ਮਾਰਨ ਲੱਗਦੀ। ਮਾਤਾ ਜਲ ਵਾਲੀ ਗੜਵੀ ਚੱਕੀ ਸਾਡੇ ਕਮਰੇ ਚ ਆਉਂਦੀ, ਜਲ ਦਾ ਛੱਟਾ ਦੇ ਕੇ ਮੂੰਹ ਵਿੱਚ ਕੁਝ ਬੋਲਦੀ, ਮੇਰੇ ਮੱਥੇ ਤੇ ਹੱਥ ਫੇਰਦੀ। ਮਨ ਨੂੰ ਥੰਮ ਮੇਰਾ ਪੁੱਤ। ਮਾਤਾ ਦਾ ਹੱਥ ਫਿਰਦਿਆਂ ਮੇਰੀਆਂ ਅੱਖਾਂ ਮੀਚਣ ਲੱਗਦੀਆਂ। ਇਹਨੂੰ ਕਿਸੇ ਡਾਕਟਰ ਦੇ ਲੈ ਕੇ ਚੱਲੀਏ, ਜਲ ਨਾਲ ਨਹੀਂ ਠੀਕ ਹੋਣਾ ਇਹਨੇ। ਮਾਤਾ ਦੇ ਪਿੱਛੇ ਕਮਰੇ ਵਿੱਚ ਆਏ ਰਾਜਪਾਲ ਦੀ ਇੰਨੀ ਕੁ ਗੱਲ ਮੇਰੇ ਕੰਨੀ ਪੈਂਦੀ, ਲੱਗਦਾ ਜਿਵੇਂ ਉਹ ਵੀ ਪ੍ਰੋਫੈਸਰ ਕੁਮਾਰ ਦੀ ਬੋਲੀ ਬੋਲ ਰਿਹਾ ਹੋਵੇ। ਤੇ ਫਿਰ ਜਦੋਂ ਮੇਰੀ ਅੱਖ ਖੁੱਲਦੀ, ਚਿੱਟਾ ਦਿਨ ਚੜਿਆ ਹੁੰਦਾ। ਰਾਤ ਕਿਵੇਂ ਕਿੱਥੇ ਬੀਤੀ, ਉਸ ਸੁਪਨੇ ਤੋਂ ਬਾਅਦ ਕੀ ਹੋਇਆ, ਮੈਨੂੰ ਕੁਝ ਯਾਦ ਨਹੀਂ ਰਹਿੰਦਾ। ਰਾਜਪਾਲ ਮੈਨੂੰ ਡਾਕਟਰ ਦੇ ਲੈ ਕੇ ਗਿਆ। TDS ਹਸਪਤਾਲ ਵਾਲਾ ਡਾਕਟਰ ਬਹੁਤ ਦੇਰ ਤੱਕ ਮੇਰੀ ਕਾਉਂਸਲਿੰਗ ਕਰਦਾ ਰਿਹਾ। ਰਾਤ ਨੂੰ ਖਾਣ ਲਈ ਉਸਨੇ ਕੋਈ ਦਵਾਈ ਵੀ ਦਿੱਤੀ। ਕੁਝ ਦਿਨ ਤਾਂ ਉਸ ਦਵਾਈ ਨੇ ਅਸਰ ਕੀਤਾ।
ਖਾਣ ਮਗਰੋਂ ਮੈਨੂੰ ਨੀਂਦ ਆਉਂਦੀ ਤੇ ਲੱਗਦਾ ਜਿਵੇਂ ਸਾਰੀਆਂ ਸੋਚਾਂ ਆਫ ਹੋ ਗਈਆਂ ਹੋਣ, ਪਰ ਮੁੜ ਉਹੀ ਸੁਪਨਾ, ਉਹੀ ਦੌੜ, ਉਹੀ ਚੀਕ, ਬਿੰਦੂ ਦਾ ਹੱਥ ਤੇ ਮਾਤਾ ਦੀ ਜਲ ਵਾਲੀ ਗੜਵੀ। ਮੈਨੂੰ ਹੋਰ ਵੀ ਭੈ ਆਉਣ ਲੱਗਿਆ। ਮੈਂ ਬਿੰਦੂ ਨਾਲੋਂ ਵੱਖ ਪੈਣ ਲੱਗਿਆ। ਤੈਨੂੰ ਪਤਾ ਹੈ, ਇਹ ਕਮਰਾ ਮੇਰਾ ਸੀ। ਮੈਨੂੰ ਲੱਗਦਾ ਜਿਵੇਂ ਸੋਨੀ ਬੋਲਦਾ ਹੋਵੇ। ਜਦੋਂ ਦਾ ਉਹ ਪੀਜੀ ਛੱਡ ਕੇ ਸਾਡੇ ਵੱਲ ਆਇਆ ਸੀ, ਇਸੇ ਕਮਰੇ 'ਚ ਸੌਂਦਾ ਸੀ। ਮੈਂ ਅੱਬੜਵਾਏ ਉੱਠ ਕੇ ਇੱਧਰ ਉੱਧਰ ਦੇਖਦਾ, ਪਰ ਉੱਥੇ ਕੋਈ ਵੀ ਨਾ ਹੁੰਦਾ, ਮੇਰੇ ਤੇ ਡੂੰਘੀ ਚੁੱਪ ਤੋਂ ਬਿਨਾਂ। ਮੈਂ ਬਾਹਰ ਨਹੀਂ, ਤੇਰੇ ਅੰਦਰ ਹਾਂ। ਆ ਇੱਕ ਮਿੱਕ ਹੋ ਜਾਈਏ। ਮੈਨੂੰ ਲੱਗਦਾ ਸੋਨੀ ਮੇਰੇ ਅੰਦਰ ਬੋਲਦਾ ਹੋਵੇ। ਮੈਂ ਬਾਬੇ ਕਾਮਿਲ ਸ਼ਾਹ ਦਾ ਨਾਮ ਜਪਣ ਲੱਗਦਾ। ਗਲਾ ਖੁਸ਼ਕ ਹੋ ਜਾਂਦਾ। ਮੇਜ਼ ਤੇ ਪਿਆ ਗਲਾਸ ਚੁੱਕ ਕੇ ਮੈਂ ਪਾਣੀ ਪੀਂਦਾ ਤੇ ਸਿਗਰਟ ਬਾਲ ਲੈਂਦਾ। ਕਿੰਨੇ ਕਸ਼ ਮੈਂ ਤੇ ਸੋਨੀ ਨੇ ਇਕੱਠਿਆਂ ਬੈਠ ਕੇ ਖਿੱਚੇ ਸੀ ਇਸੇ ਕਮਰੇ ਵਿੱਚ। ਸਿਗਰਟ ਦਾ ਧੂੰਆਂ ਅੰਦਰ ਜਾਂਦਿਆਂ ਹੀ ਮੁੜ ਕਿੰਨਾ ਕੁਝ ਬਾਹਰ ਆਉਣ ਲੱਗਿਆ। ਬਿੰਦੂ ਦੀ ਕਜ਼ਨ ਦਾ ਵਿਆਹ ਸੀ। ਉਹਨੇ ਪਾਰਲਰ ਤੇ ਜਾ ਕੇ ਤਿਆਰ ਹੋਣਾ ਸੀ। ਮੈਂ ਬਿੰਦੂ ਨੂੰ ਪਾਰਲਰ ਤੇ ਛੱਡ ਦਿੱਤਾ ਤੇ 2 ਘੰਟੇ ਬਾਅਦ ਉਹਨੂੰ ਲੈਣ ਗਿਆ ਤਾਂ ਪਾਰਲਰ ਵਾਲੀ ਕੁੜੀ ਨੇ ਦੱਸਿਆ ਉਹ ਤਾਂ ਚਲੇ ਗਏ ਨੇ। ਮੈਂ ਹੈਰਾਨ ਜਿਹਾ ਹੋਇਆ, ਕੁੜੀ ਵੱਲ ਦੇਖਦਾ ਰਿਹਾ। ਦਿਲ ਕੀਤਾ ਪੁੱਛਾਂ ਕਿਸ ਦੇ ਨਾਲ ਗਈ। ਫਿਰ ਖੁਦ ਨੂੰ ਹੀ ਅਜੀਬ ਜਿਹਾ ਲੱਗਿਆ। ਸੋਚਿਆ ਹੁਣ ਇਹਨੂੰ ਕੀ ਪੁੱਛਣਾ। ਬਾਈਕ ਮੋੜ ਕੇ ਘਰ ਨੂੰ ਆ ਗਿਆ, ਪਰ ਆਇਆ ਤਾਂ ਬਿੰਦੂ ਘਰ ਨਹੀਂ ਸੀ ਪਹੁੰਚੀ। ਮੈਂ ਫੋਨ ਕੀਤਾ, ਰਿੰਗ ਜਾਂਦੀ ਰਹੀ, ਕਿਸੇ ਕੋਈ ਜਵਾਬ ਨਾ ਦਿੱਤਾ। ਮੈਂ ਮੁੜ ਨੰਬਰ ਮਿਲਾਇਆ। ਅੱਗੇ ਸੋਨੀ ਬੋਲਿਆ, ਭਾਬੀ ਦੇ ਹੱਥਾਂ ਨੂੰ ਮਹਿੰਦੀ ਲੱਗੀ ਹੈ ਨਾ, ਅਸੀਂ ਆ ਗਏ ਬਸ। ਮੈਂ ਬਿਨਾਂ ਕੁਝ ਕਹੇ ਫੋਨ ਕੱਟ ਦਿੱਤਾ। ਇਹ ਬੱਸ ਸਟੈਂਡ ਵੱਲ ਦੀ ਲੈ ਆਇਆ ਨਾ, ਉੱਥੇ ਜਾਮ ਬਹੁਤ ਸੀ। ਬਿੰਦੂ ਦੇਰੀ ਦੀ ਵਜ੍ਹਾ ਦੱਸਣ ਲੱਗੀ। ਪੂਰੇ ਵਿਆਹ ਵਿੱਚ ਮੇਰੇ ਅੰਦਰ ਕੁਝ ਰਿਝਦਾ ਰਿਹਾ। ਮੈਂ 2-3 ਪੈਗ ਉੱਪਰੋਂ ਥੱਲੇ ਪੀ ਲਏ। ਬਰਾਤ ਤੁਰਨ ਤੋਂ ਪਹਿਲਾਂ ਮੈਂ ਬਿੰਦੂ ਨੂੰ ਲੈ ਕੇ ਘਰ ਆ ਗਿਆ। ਕਈ ਦਿਨ ਮੈਂ ਬਿੰਦੂ ਨਾਲ ਬੋਲਿਆ ਨਹੀਂ। ਉਸ ਵੱਲ ਪਿੱਠ ਕਰਕੇ ਪੈ ਜਾਂਦਾ। ਗੈਰਾਜ ਤੋਂ ਜਾਣ-ਬੁੱਝ ਕੇ ਲੇਟ ਘਰ ਆਉਂਦਾ ਹੋਇਆ ਦਾਰੂ ਪੀ ਕੇ ਆਉਂਦਾ। ਘਰ ਵੜਦਾ ਤਾਂ ਸੋਨੀ ਦਾ ਹਾਸਾ ਘਰ ਵਿੱਚ ਗੂੰਜ ਰਿਹਾ ਹੁੰਦਾ। ਬਿੰਦੂ ਦਾ ਚਿਹਰਾ ਖਿੜਿਆ ਹੁੰਦਾ। ਮੈਂ ਘਰੇ ਪੈਰ ਪਾਉਂਦਾ, ਉਸ ਦਾ ਹਾਸਾ ਜਿਵੇਂ ਕਿਧਰੇ ਉੱਡ-ਪੁੱਡ ਜਾਂਦਾ। ਮੈਂ ਹੱਥ ਪੈਰ ਧੋਂਦਾ ਤੇ ਆਪਣੇ ਕਮਰੇ ਵਿੱਚ ਜਾ ਕੇ ਫੋਨ ਵਿੱਚ ਗੁਆਚ ਜਾਂਦਾ। ਬੇਵਜ੍ਹਾ ਸਕਰੀਨ ਉੱਪਰ ਉਂਗਲਾਂ ਮਾਰੀ ਜਾਂਦਾ। ਇੱਕ ਰਾਤ ਮੈਂ ਬੜੀ ਗੂੜੀ ਨੀਂਦੇ ਸੁੱਤਾ ਸੀ। ਅਚਾਨਕ ਕਮਰੇ ਦਾ ਦਰਵਾਜ਼ਾ ਖੜਕਣ ਲੱਗਿਆ। ਇੱਕਦਮ ਮੇਰੀ ਅੱਖ ਖੁੱਲੀ। ਮੈਂ ਅੱਖਾਂ ਮਲਦੇ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਸੋਨੀ ਖੜਾ ਸੀ। ਹੈਪੀ ਬਰਥਡੇ ਭਾ। ਉਹਨੇ ਕੇਕ ਲਿਆ ਕੇ ਮੇਜ਼ ਤੇ ਧਰ ਦਿੱਤਾ। ਫਟਾਫਟ ਮੋਮਬੱਤੀਆਂ ਜਗਾਈਆਂ। ਰਾਤ ਦੇ 12 ਵਜੇ ਸਨ। ਪਲਾਂ ਵਿੱਚ ਮਾਹੌਲ ਜਸ਼ਨ ਵਿੱਚ ਬਦਲ ਗਿਆ। ਮੈਂ ਮੋਮਬੱਤੀਆਂ ਬੁਝਾ ਕੇ ਕੇਕ ਕੱਟਿਆ। ਉਹਨੇ ਬੋਤਲ ਖੋਲ ਲਈ। ਅਸੀਂ ਚੀਅਰਸ ਕੀਤਾ। ਲੈ ਹੁਣ ਤੇਰਾ ਗਿਫਟ ਦਿਆਂ ਤੈਨੂੰ, ਰੁਕ। ਉਹ ਦੌੜ ਕੇ ਵੱਡਾ ਸਾਰਾ ਲਿਫਾਫਾ ਚੁੱਕ ਲਿਆਇਆ। ਵਿੱਚ ਮੇਰੇ ਲਈ ਬਲੂ ਕਲਰ ਦੀ ਜੀਨ ਤੇ ਵਾਈਟ ਕਮੀਜ਼ ਸੀ। ਬਿੰਦੂ ਲਈ ਗਰਮ ਕੁੜਤਾ। ਅਗਲੀ ਸਵੇਰ ਮੈਂ 11 ਵਜੇ ਉੱਠਿਆ। ਸੋਨੀ ਆਪਣੇ ਕਾਲਜ ਜਾ ਚੁੱਕਾ ਸੀ। ਉਸ ਦਿਨ ਮੈਨੂੰ ਬੜਾ ਚੰਗਾ ਲੱਗਿਆ। ਮੈਂ ਬਿਨਾਂ ਵਜ੍ਹਾ ਸੋਨੀ ਨਾਲ ਵਟਿਆ ਫਿਰਦਾ ਸੀ। ਵਿਚਾਰਾ ਕਿੰਨਾ ਮੋਹ ਕਰਦਾ। ਮੈਂ ਮਨ ਵਿੱਚ ਸੋਚਿਆ, ਹੁਣ ਨਹੀਂ ਸੋਨੀ ਨਾਲ ਐਵੇਂ ਖਿਜਣਾ, ਨਾਲੇ ਉਹ ਕਿਹੜਾ ਕੋਈ ਬੇਗਾਨਾ ਹੈ। ਪਰ ਉਸੇ ਸ਼ਾਮ ਜਦੋਂ ਮੈਂ ਘਰ ਮੁੜਿਆ, ਬਿੰਦੂ ਸੋਨੀ ਦਾ ਦਿੱਤਾ ਰਾਤ ਵਾਲਾ ਕੁੜਤਾ ਪਾਈ ਬੈਠੀ ਸੀ। ਮੇਰੇ ਸਿਰ ਵਿੱਚ ਮੁੜ ਕੁਝ ਹੋਣ ਲੱਗਿਆ। ਮੈਂ ਬਿਨਾਂ ਕਿਸੇ ਨਾਲ ਬੋਲੇ ਜਾ ਕੇ ਆਪਣੇ ਕਮਰੇ ਵਿੱਚ ਪੈ ਗਿਆ। ਮੇਰੇ ਜਨਮ ਦਿਨ ਕਰਕੇ ਬਿੰਦੂ ਕਈ ਕੁਝ ਬਣਾਈ ਬੈਠੀ ਸੀ, ਪਰ ਮੈਂ ਬਿਨਾਂ ਰੋਟੀ ਖਾਦੇ ਸੋ ਗਿਆ। ਭਾਈ, ਕਦ ਤੱਕ ਆਪਣਾ ਜਨਮ ਦਿਨ ਮਨਾਉਂਦੇ ਫਿਰੋਗੇ? ਰੱਬ ਕੋਲੋਂ ਜਨਮ ਦਿਨ ਮਨਾਉਣ ਵਾਲਾ ਮੰਗਿਆ ਕਰੋ। ਬਾਹਰ ਬੇਬੇ ਬਿੰਦੂ ਨਾਲ ਬੱਚੇ ਵਾਲੀ ਕਹਾਣੀ ਛੇੜੀ ਬੈਠੀ ਸੀ। ਉਹੀ ਕਹਾਣੀ ਕਦੇ-ਕਦੇ ਬਿੰਦੂ ਮੇਰੇ ਨਾਲ ਛੇੜ ਲੈਂਦੀ ਤੇ ਹੁਣ ਉਸੇ ਕਹਾਣੀ ਦੀ ਤੰਦ ਬਾਬੇ ਕਾਮਿਲ ਸ਼ਾਹ ਨੇ ਉੱਪਰੀ ਹਵਾ ਨਾਲ ਜੋੜ ਦਿੱਤੀ ਸੀ। ਤਾਂ ਹੀ ਤਾਂ ਬਹੂ ਇਹਦੀ ਢਿੱਡੋਂ ਨਹੀਂ ਫੁੱਟੀ। ਉਹਦੇ ਦੱਸੇ ਅਨੁਸਾਰ ਬਿੰਦੂ 1.25 ਮਹੀਨਾ ਸਵੇਰੇ 4 ਵਜੇ ਉੱਠ ਕੇ ਕੇਸੀ ਨਹਾਉਂਦੀ ਰਹੀ। ਜਿਸ ਦਿਨ 1.25 ਮਹੀਨਾ ਪੂਰਾ ਹੋਣਾ ਸੀ, ਉਸ ਦਿਨ ਬਿਜਲੀ ਵਾਲਾ ਰਾਡ ਸ਼ਾਰਟ ਹੋ ਗਿਆ। ਬਿੰਦੂ ਬਾਲਟੀ ਚੱਕਣ ਲੱਗੀ, ਬਾਲਟੀ ਨਾਲ ਹੀ ਜੁੜ ਗਈ। ਉਹਦੀ ਚੀਕ ਸੁਣ ਕੇ ਮਾਤਾ ਭੱਜੀ ਗਈ। ਮੈਂ ਤਾਂ ਉੱਤੋਂ ਬੰਦ ਕੀਤਾ ਸੀ ਸਵਿੱਚ। ਪਤਾ ਨਹੀਂ ਕਿੱਦਾਂ ਆ ਗਿਆ ਬਾਲਟੀ ਵਿੱਚ ਕਰੰਟ। ਪਤਾ ਲੈਣ ਆਏ ਹਰੇਕ ਬੰਦੇ ਨੂੰ ਬਿੰਦੂ ਹੀ ਕਹਾਣੀ ਸੁਣਾ ਦਿੰਦੀ। ਜਿੰਨੀ ਵਾਰ ਬਿੰਦੂ ਇਹ ਕਹਾਣੀ ਦੁਹਰਾਉਂਦੀ, ਮੇਰੇ ਅੰਦਰ ਦੀ ਗੰਢ ਹੋਰ ਪੀੜੀ ਹੋਈ ਜਾਂਦੀ। ਮੇਰਾ ਜੀ ਕਰਦਾ ਬਿੰਦੂ ਦੀ ਚਲਦੀ ਇਸ ਕਥਾ ਨੂੰ ਵਿਚਾਲੇ ਰੋਕ ਕੇ ਆਏ ਹੋਏ ਬੰਦੇ ਨੂੰ ਦੱਸਾਂ। ਮੈਂ ਦੱਸਦਾ ਕਿੱਦਾਂ ਆਇਆ ਕਰੰਟ, ਪਰ ਮੈਥੋਂ ਕਹਿ ਨਾ ਹੁੰਦਾ। ਅਗਲੀ ਵਾਰ ਹਸਪਤਾਲ ਗਿਆ ਤਾਂ ਉਹੀ ਡਾਕਟਰ ਮੁੜ ਮੇਰੀ ਕਾਉਂਸਲਿੰਗ ਕਰਨ ਲੱਗਾ। ਜਦੋਂ ਉਹਦੇ ਪੱਲੇ ਕੁਝ ਨਾ ਪਿਆ, ਉਸਨੇ ਪਹਿਲਾਂ ਨਾਲੋਂ ਵੀ ਤੇਜ਼ ਗੋਲੀ ਲਿਖ ਦਿੱਤੀ। ਮੈਂ ਸੌਣ ਲੱਗਾ ਗੋਲੀ ਖਾਂਦਾ। ਨੀਂਦ ਆ ਜਾਂਦੀ ਤੇ ਫਿਰ ਲੱਗਦਾ ਜਿਵੇਂ ਕਿਸੇ ਮੰਨਾ ਮੂੰਹੀ ਭਾਰ ਮੇਰੀ ਹਿੱਕ ਤੇ ਧਰ ਦਿੱਤਾ ਹੋਵੇ। ਮੈਂ ਸੁੱਤਾ ਪਿਆ ਹੀ ਛਟਪਟਾਉਂਦਾ ਰਹਿੰਦਾ। ਉਹੀ ਪਰਛਾਵੇਂ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੇ। ਮੈਂ ਅੱਗੇ ਦੌੜਦਾ, ਉਹ ਮੇਰੇ ਪਿੱਛੇ। ਮੇਰੇ ਕੰਨਾਂ ਵਿੱਚ ਉਹੀ ਧੁਨ ਗੂੰਜਦੀ, ਫੜ ਲਓ, ਮਾਰ ਦਿਓ। ਮੈਂ ਗੋਲੀ ਖਾਣੀ ਬੰਦ ਕਰ ਦਿੱਤੀ, ਪਰ ਆਵਾਜ਼ਾਂ ਆਉਣੀਆਂ ਬੰਦ ਨਾ ਹੋਈਆਂ। ਇਹਨੇ ਤਾਂ ਬੋਲਚਾਲ ਹੀ ਬੰਦ ਕਰਤਾ ਸਾਡੇ ਨਾਲ। ਕੰਮ ਤੋਂ ਆ ਕੇ ਅੰਦਰ ਵੜ ਜਾਂਦਾ। ਜਨਮ ਦਿਨ ਵਾਲੇ ਦਿਨ ਤਾਂ ਚੰਗਾ ਭਲਾ ਗਿਆ ਸੀ, ਘਰੋਂ ਹੱਸਦਾ ਖੇਡਦਾ। ਮਾਤਾ ਕਲਪਦੀ ਰਹਿੰਦੀ, ਪਰ ਮੇਰਾ ਮਨ ਕਿਸੇ ਨਾਲ ਬੋਲਣ ਨੂੰ ਨਾ ਕਰਦਾ। ਘਰ ਆ ਕੇ ਮੈਂ ਆਪਣਾ ਫੋਨ ਬੰਦ ਕਰ ਦਿੰਦਾ। ਪਰ ਇੱਕ ਰਾਤ ਅਚਾਨਕ ਮੇਰੀ ਅੱਖ ਖੁੱਲੀ। ਮੈਂ ਸਿਰਹਾਣੇ ਪਿਆ ਬਿੰਦੂ ਦਾ ਫੋਨ ਚੁੱਕ ਲਿਆ। ਉਹਦਾ ਮੈਸੇਂਜਰ ਦੇਖਣ ਲੱਗਾ। ਸੋਨੀ ਨਾਲ ਉਹਦੀ ਚੈਟ ਪੜ੍ਹ ਕੇ ਮੈਨੂੰ ਘੁਮੇਰ ਜਿਹੀ ਚੜ੍ਹਨ ਲੱਗੀ। ਗਲਾ ਸੁੱਕਣ ਲੱਗਿਆ। ਮੈਂ ਛੱਤ ਉੱਤੇ ਜਾ ਕੇ ਸਿਗਰਟ ਪੀਣ ਲੱਗਿਆ। ਪੂਰੇ ਚੰਨ ਦੀ ਰੋਸ਼ਨੀ ਵਿੱਚ ਸ਼ਾਂਤ ਖੜੇ ਆਲੇ-ਦਾਲੇ ਦੇ ਰੁੱਖ ਬੜੇ ਡਰਾਉਣੇ ਲੱਗੇ।
ਮੈਨੂੰ ਯਾਦ ਆਇਆ ਇਸੇ ਛੱਤ ਤੇ ਮੈਂ ਤੇ ਸੋਨੀ ਨੇ ਕਿੰਨੀਆਂ ਰਾਤਾਂ ਸੋ ਕੇ ਗੁਜ਼ਾਰੀਆਂ ਸਨ। ਉਦੋਂ ਜਦੋਂ ਅਜੇ ਮੇਰਾ ਵਿਆਹ ਨਹੀਂ ਸੀ ਹੋਇਆ, ਉਹ ਸਭ ਤੋਂ ਵੱਧ ਸਾਡੇ ਕੋਲ ਰਹਿੰਦਾ। ਰਾਜਪਾਲ ਨਾਲ ਉਹਦੀ ਘੱਟ ਬੰਦੀ। ਗਰਮੀਆਂ ਦੀ ਰੁੱਤੇ ਅਸੀਂ ਛੱਤ ਤੇ ਸੌਂਦੇ। ਅੱਧੀ ਰਾਤ ਤੱਕ ਸਾਡੀਆਂ ਗੱਲਾਂ ਨਹੀਂ ਸੀ ਮੁੱਕਦੀਆਂ। ਮਰੇ ਮੁੱਕੇ ਕਿਸੇ ਦੇ ਮਿੱਤ ਨਹੀਂ ਹੁੰਦੇ ਪੁੱਤ, ਮਾਤਾ ਆਖਦੀ ਸੀ। ਪਰ ਉਹ ਤਾਂ ਜਿਉਂਦਾ ਕਿਸੇ ਦਾ ਮਿੱਤ ਨਹੀਂ ਬਣਿਆ। ਮੈਂ ਅੰਦਰੋਂ ਅੰਦਰੀ ਤੜਫਦਾ ਸਿਗਰਟ ਬੁਝਾ ਕੇ ਹੇਠਾਂ ਕਮਰੇ ਵਿੱਚ ਆ ਗਿਆ। ਬਿੰਦੂ ਘੂਕ ਸੁੱਤੀ ਪਈ ਸੀ, ਪਰ ਮੈਨੂੰ ਮੁੜ ਨੀਂਦ ਨਾ ਆਈ। ਕਈ ਦਿਨ ਮੈਂ ਬੇਚੈਨ ਰਿਹਾ। ਸੋਨੀ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਭੈੜਾ ਲੱਗਣ ਲੱਗਿਆ ਤੇ ਲੋਹੜੀ ਵਾਲੀ ਰਾਤ ਸ਼ਰਾਬ ਪੀ ਕੇ ਸੁੱਤਾ ਸੋਨੀ ਸਵੇਰ ਨੂੰ ਉੱਠਿਆ ਨਾ। ਘਰ ਵਿੱਚ ਮਾਤਮ ਛਾ ਗਿਆ। ਮੇਰੀਆਂ ਲੱਤਾਂ ਜਿਵੇਂ ਬੇਜਾਨ ਹੋ ਗਈਆਂ। ਮਾਤਾ ਵੈਨ ਪਾਉਣ ਲੱਗੀ। ਆਂਢੀ ਗੁਆਂਢੀ ਇਕੱਠੇ ਹੋ ਗਏ। ਗੱਡੀ ਦਾ ਪ੍ਰਬੰਧ ਕਰਕੇ ਸੋਨੀ ਦੀ ਲਾਸ਼ ਰਾਜਪਾਲ ਉਹਦੇ ਪਿੰਡ ਛੱਡ ਕੇ ਆਇਆ। ਛੱਡ ਆਈ ਸਾਰਾ ਕੁਝ ਉੱਥੇ ਹੀ। ਮਰੇ ਦੀਆਂ ਚੰਗੀਆਂ ਮਾੜੀਆਂ ਯਾਦਾਂ। ਦਾਨ ਪੁੰਨ ਕਰਕੇ ਪਿੱਛੇ ਮੁੜ ਕੇ ਨਾ ਦੇਖੀ ਪੁੱਤ, ਮਾਤਾ ਨੇ ਮੈਨੂੰ ਸਿਖਾ ਕੇ ਭੇਜਿਆ ਸੀ। ਪਰ ਮੈਨੂੰ ਲੱਗਿਆ ਜਿਵੇਂ ਸੋਨੀ ਮੈਨੂੰ ਬੁਲਾ ਰਿਹਾ ਸੀ। ਰਵੀ ਭਾ, ਕਾਹਤੋਂ ਛੱਡ ਚੱਲਿਆ ਮੈਨੂੰ ਇਕੱਲੇ ਨੂੰ? ਮੈਂ ਤੇਰੇ ਮਗਰੋਂ ਨਹੀਂ ਲਹਿਣਾ। ਮੈਂ ਪਿੱਛੇ ਮੁੜ ਕੇ ਦੇਖਿਆ, ਸੋਨੀ ਤਾਂ ਉੱਥੇ ਕਿਤੇ ਵੀ ਨਹੀਂ ਸੀ। ਮੈਂ ਤਾਂ ਤੇਰੇ ਅੰਦਰ ਹਾਂ। ਉਸੇ ਰਾਤ ਤੋਂ ਮੈਨੂੰ ਸੋਨੀ ਦੀ ਆਵਾਜ਼ ਸੁਣਨ ਲੱਗੀ। ਬਸ ਮੁੜ ਕੇ ਦੇਖਦਿਆਂ ਹੀ ਹਵਾ ਇਹਦੇ ਨਾਲ ਆ ਰਲੀ। ਕਾਮਿਲ ਸ਼ਾਹ ਨੇ ਨਵੀਂ ਕਥਾ ਘੜ ਲਈ ਸੀ। ਮੈਂ ਡਾਕਟਰ ਨੂੰ ਸੁਪਨੇ ਤੇ ਆਵਾਜ਼ਾਂ ਬਾਰੇ ਦੱਸਦਾ। ਉਹ ਆਖਦਾ, ਆਪਣੇ ਅੰਦਰ ਦੀ ਗੰਢ ਖੋਲ ਲੈ। ਮੈਂ ਹੀ ਜ਼ਹਿਰ ਮਿਲਾਇਆ ਸੀ ਸੋਨੀ ਦੀ ਸ਼ਰਾਬ ਵਿੱਚ। ਮੇਰੀਆਂ ਅੱਖਾਂ ਅੱਗੇ ਜਿਉਂਦਾ ਫਿਰਦਾ ਉਹ ਮੈਨੂੰ ਜਿਉਣ ਨਹੀਂ ਸੀ ਦਿੰਦਾ। ਫਿਰ ਮੈਂ ਹੀ ਪਲੰਗ ਦੀ ਤਾਰ ਸਿੱਧੀ ਜੋੜੀ ਸੀ। ਬਿੰਦੂ ਦੀ ਕਿਸਮਤ ਚੰਗੀ ਸੀ, ਉਹ ਮਰਦੀ ਬਚ ਗਈ। ਮੈਂ ਸ਼ੀਸ਼ੇ ਮੂਹਰੇ ਖੜਾ ਹਾਂ, ਆਪਣੇ ਹੀ ਅਕਸ ਨਾਲ ਇਹ ਗੱਲਾਂ ਕਰਦਾ ਤੇ ਆਪਣੇ ਅੰਦਰ ਦੀ ਗੰਢ ਖੋਲਣ ਦੀ ਕੋਸ਼ਿਸ਼ ਕਰਦਾ ਹਾਂ।